ਦੋਸਤੋ ਅਮਰੀਕਾ ਤੋਂ ਅੱਜ ਤਿੰਨ ਖਬਰਾਂ ਨੇ ਇਮੀਗ੍ਰੈਂਟਸ ਵਾਸਤੇ। 31 ਮਈ ਹੈ 2026 ਹੈ, ਸੰਡੇ ਦਾ ਦਿਨ ਹੈ। ਤਿੰਨੇ ਖਬਰਾਂ ਬੜੀਆਂ ਇੰਪੋਰਟੈਂਟ ਨੇ ਔਰ ਤੁਹਾਡੇ ਤੋਂ ਰਿਲੇਟਡ ਨੇ। ਵੀਡੀਓ ਨੂੰ ਆਖਰ ਤੱਕ ਦੇਖਣ ਨਾਲ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਤਾਂ ਪਹਿਲੀ ਖਬਰ ਜਿਹੜੀ ਹੈ ਬੇਸਿਕਲੀ ਉਹ ਇੱਕ ਸਵਾਲ ਵੀ ਹੈ। ਕੁਝ ਦਿਨਾਂ ਤੋਂ ਲੋਕੀ ਮੇਰੇ ਕੋਲ ਸਵਾਲ ਕਰ ਰਹੇ ਨੇ ਕਿ ਬੋਬੀ ਭਾਈ ਹੁਣ ਅਗਰ ਅਸੀਂ ਆਪਣੇ ਮੁਲਕ ਪੈਸੇ ਭੇਜਾਂਗੇ ਤੇ ਸਾਨੂੰ ਟੈਕਸ ਪੇ ਕਰਨਾ ਪਏਗਾ। ਕੁਝ ਦੋਸਤਾਂ ਨੇ ਤੇ ਇੱਥੋਂ ਤੱਕ ਕਿਹਾ ਕਿ ਜੀ 25% ਟੈਕਸ ਲੱਗ ਗਿਆ। ਤੇ ਅੱਜ ਮੈਂ ਤੁਹਾਨੂੰ ਉਹ ਕਲੀਅਰ ਕਰਦਾ ਉਹ ਕੀ ਗੱਲ ਹੈ ਅਸਲ ਦੇ ਵਿੱਚ। ਦੋਸਤੋ ਪਿਛਲੇ ਸਾਲ ਇਹ ਟੈਕਸ ਜਿਹੜਾ ਜਿਹਦੀ ਗੱਲ ਹੋ ਰਹੀ ਹੈ ਇਹ ਅਪਰੂਵ ਹੋਇਆ ਸੀ ਬਿਗ ਬਿਊਟੀਫੁਲ ਬਿੱਲ ਦੇ ਵਿੱਚ। ਯਾਦ ਹੈ ਉਹਦੇ ਵਿੱਚ ਅਪਰੂਵ ਹੋਇਆ ਸੀ ਕਿ 1 ਜਨਵਰੀ 2026 ਤੋਂ ਹੁਣ ਜਦੋਂ ਤੁਸੀਂ ਆਪਣੇ ਮੁਲਕ ਪੈਸੇ ਭੇਜੋਗੇ ਅਮਰੀਕਾ ਤੋਂ ਤੇ ਤੁਹਾਨੂੰ 1% ਟੈਕਸ ਪੇ ਕਰਨਾ ਪੜੇਗਾ। 1%, ਕੋਈ 25% ਨਹੀਂ, 1%। ਲੇਕਿਨ ਇਹ ਟੈਕਸ ਉਹਨੂੰ ਪੇ ਕਰਨਾ ਪੈਣਾ ਜਿਹੜਾ ਪੈਸੇ ਭੇਜੇਗਾ ਕੈਸ਼ ਦੀ ਸੂਰਤ ਚ, ਯਾਨੀ ਕਿ ਕੈਸ਼ ਜਾ ਕੇ ਜਮ੍ਹਾਂ ਕਰਾਏਗਾ, ਕੈਸ਼ੀਅਰ ਚੈੱਕ ਦੇਗਾ ਜਾਂ ਮਨੀ ਆਰਡਰ ਦੇਗਾ। ਇਹ ਤਿੰਨ ਸੂਰਤਾਂ ਦੇ ਨਾਲ ਅਗਰ ਉਹ ਜਾਏਗਾ ਬ੍ਰਾਂਚ ਵਿੱਚ ਜਾਂ ਜਿੱਥੇ ਵੀ ਜਮ੍ਹਾਂ ਕਰਾਂਦਾ ਹੈ ਤੇ ਉਹਨੂੰ ਜਿਹੜਾ 1% ਟੈਕਸ ਦੇਣਾ ਪਏਗਾ। ਅਗਰ ਤੁਸੀਂ ਆਪਣੇ ਡੈਬਿਟ ਕਾਰਡ ਤੋਂ, ਆਪਣੇ ਬੈਂਕ ਅਕਾਊਂਟ ਤੋਂ, ਆਪਣੇ ਕ੍ਰੈਡਿਟ ਕਾਰਡ ਤੋਂ ਪੈਸੇ ਭੇਜਦੇ ਹੋ ਤੁਹਾਨੂੰ ਕੋਈ ਟੈਕਸ ਪੇ ਨਹੀਂ ਕਰਨਾ ਪਏਗਾ। ਇਹ ਗੱਲ ਕਲੀਅਰ ਹੈ, ਕੋਈ ਟੈਕਸ ਨਹੀਂ। ਹਾਂ, ਕੈਸ਼ ਦੀ ਸੂਰਤ ਚ ਦੇਣਾ ਪਏਗਾ। ਐਸੇ ਵਾਸਤੇ ਜਿਹੜੇ ਲੋਕ ਬੈਂਕ ਦੇ ਥਰੂ ਪੈਸੇ ਭੇਜਦੇ ਨੇ ਜਾਂ ਡੈਬਿਟ ਕਾਰਡ ਤੋਂ ਭੇਜਦੇ ਨੇ ਉਹਨਾਂ ਨੂੰ ਕੋਈ ਮਹਿਸੂਸ ਵੀ ਨਹੀਂ ਹੋ ਰਿਹਾ ਉਹਨਾਂ ਕੋਈ ਟੈਕਸ ਲੱਗਾ ਕਿ ਨਹੀਂ, ਕਿਉਂਕਿ ਉਹਨਾਂ ਤੇ ਲੱਗਾ ਹੀ ਨਹੀਂ। ਇਸ ਵਾਸਤੇ ਟੈਨਸ਼ਨ ਫਰੀ ਹੋ ਜਾਓ, ਕੈਸ਼ ਦੀ ਸੂਰਤ ਚ ਦੇਣਾ ਪਏਗਾ। ਹੁਣ ਦੂਸਰਾ ਇਹਦੇ ਤੋਂ ਰਿਲੇਟਡ ਸਵਾਲ ਕੁਝ ਦੋਸਤ ਕਰ ਰਹੇ ਨੇ ਕਿ ਜੀ ਅਸਾਈਲਮ ਸੀਕਰ ਦਾ ਡਾਟਾ ਚੈੱਕ ਹੋ ਰਿਹਾ, ਸਖਤੀ ਹੋ ਗਈ, ਅਗਰ ਉਹ ਪੈਸੇ ਭੇਜਣਗੇ ਤੇ ਉਹਨਾਂ ਦੇ ਗ੍ਰੀਨ ਕਾਰਡ ਤੇ ਮਸਲਾ ਬਣੇਗਾ। ਦੋਸਤੋ ਨਾ ਇਹੋ ਜਿਹੀ ਕੋਈ ਖਬਰ ਹੈ, ਨਾ ਇਹੋ ਜਿਹੀ ਕੋਈ ਗਾਈਡਲਾਈਨ ਹੈ, ਨਾ ਇਹੋ ਜਿਹਾ ਕੋਈ ਕਾਨੂੰਨ ਹੈ। ਮੈਨੂੰ ਕਿਧਰੇ ਕੋਈ ਨਜ਼ਰ ਨਹੀਂ ਆਇਆ। ਪਲੀਜ਼ ਇਹੋ ਜਿਹੀ ਗੱਲ ਦੇ ਉੱਤੇ ਕੋਈ ਯਕੀਨ ਨਾ ਕਰੋ, ਕੁਝ ਨਹੀਂ ਉਸ ਨਾਲ ਹੀ। ਹਾਂ, ਕੁਝ ਕਿਹਾ ਗਿਆ ਕਿ ਤੁਸੀਂ ਆਪਣੀਆਂ ਜਿਹੜੀਆਂ ਤੁਹਾਡੇ ਡਾਕੂਮੈਂਟਸ ਨੇ ਉਹ ਜ਼ਿਆਦਾ ਸਖਤੀ ਨਾਲ ਚੈੱਕ ਕਰੋ। ਇਹ ਐਪਸ ਨੂੰ ਕਿਹਾ ਗਿਆ ਜਿਹਨਾਂ ਦੇ ਥਰੂ ਅਸੀਂ ਪੈਸੇ ਭੇਜਨੇ ਆ, ਮੁਖਤਲਿਫ ਐਪਸ ਨੇ, ਮੁਖਤਲਿਫ ਤਰੀਕੇ ਨੇ। ਉਹਨਾਂ ਨੂੰ ਕਿਹਾ ਗਿਆ ਜੀ ਡਾਕੂਮੈਂਟ ਸਖਤੀ ਨਾਲ ਚੈੱਕ ਕਰੋ ਔਰ ਇਹਨਾਂ ਦੀ ਵੈਟਿੰਗ ਕਰੋ ਆਪਣੇ ਹਿਸਾਬ ਨਾਲ, ਆਈਡੀਆ ਵਗੈਰਾ ਜੋ ਵੀ ਉਹ ਚੈੱਕ ਕਰੋ ਬਸ। ਹੋਰ ਇਸ ਤੋਂ ਇਲਾਵਾ ਕੋਈ ਚੀਜ਼ ਅਜੇ ਤੱਕ ਸਾਹਮਣੇ ਨਹੀਂ ਆਈ ਜਾਂ 1% ਟੈਕਸ ਹੈ। ਹਾਂ, ਇੱਕ ਪ੍ਰਪੋਜ਼ਡ ਬਿੱਲ ਅਪ੍ਰੈਲ 2026 ਚ ਆਇਆ ਹੈ। ਪ੍ਰਪੋਜ਼ਡ ਬਿੱਲ ਹੈ ਉਹ ਕੀ ਕਹਿੰਦਾ, ਉਹਦੇ ਚ ਕਹਿੰਦਾ ਕਿ ਅਗਰ ਨੌਨ ਸਿਟੀਜ਼ਨ ਯਾਨੀ ਗ੍ਰੀਨ ਕਾਰਡ ਵਾਲਾ, ਵਿਜ਼ਿਟ ਵੀਜ਼ੇ ਵਾਲਾ, ਸਟੂਡੈਂਟ, ਆਰਜ਼ੀ ਵੀਜ਼ੇ, ਆਰਜ਼ੀ ਵਰਕ ਵੀਜ਼ੇ ਵਾਲਾ ਆਪਣੇ ਮੁਲਕ 1 ਸਾਲ ਚ $1000 ਜਾਂ ਉਸ ਤੋਂ ਜ਼ਿਆਦਾ ਭੇਜਦਾ ਤੇ ਉਹ ਅਗਰ ਉਸ ਦੌਰਾਨ ਕੋਈ ਵੈਲਫੇਅਰ ਵੀ ਅਮਰੀਕਾ ਚ ਲੈ ਰਿਹਾ ਤੇ ਉਹਦੀ ਵੈਲਫੇਅਰ ਖਤਮ ਕਰ ਦਿੱਤੀ ਜਾਏ। ਇਹ ਪ੍ਰਪੋਜ਼ਲ ਹੈ, ਯਾਨੀ ਕਿ ਇਹਦੇ ਚ ਜ਼ਿਆਦਾਤਰ ਚਾਂਸਸ ਗ੍ਰੀਨ ਕਾਰਡ ਵਾਲੇ ਦੇ ਨੇ ਕਿ ਅਗਰ ਗ੍ਰੀਨ ਕਾਰਡ ਵਾਲਾ ਵੈਲਫੇਅਰ ਵੀ ਲੈ ਰਿਹਾ ਹੋਵੇ ਤੇ ਨਾਲ $1000 ਤੱਕ ਭੇਜੇ ਆਪਣੇ ਮੁਲਕ ਪੂਰੇ ਸਾਲ ਚ ਤੇ ਉਹਦੀ ਵੈਲਫੇਅਰ ਖਤਮ ਕਰ ਦਿਓ, ਕਿਸੇ ਕਿਸਮ ਦੀ ਵੈਲਫੇਅਰ ਵੀ ਹੋਵੇ। ਹੁਣ ਮਸਲਾ ਦੇ ਚਾਹਵੇ ਕਿ ਇਹ ਪ੍ਰਪੋਜ਼ਡ ਹੈ, ਕਾਂਗਰਸ ਚ ਪਿਆ, ਨਾ ਇਹ ਪਾਸ ਹੋਇਆ, ਨਾ ਕਾਨੂੰਨ ਬਣਿਆ, ਕੁਝ ਵੀ ਨਹੀਂ ਹੋਇਆ। ਇਹ ਸਿਰਫ ਇਹ ਗੱਲ ਹੈ। ਇਹ ਤਿੰਨ ਚੀਜ਼ਾਂ ਸਨ ਇਸ ਤੋਂ ਰਿਲੇਟਡ। ਇਸ ਤੋਂ ਇਲਾਵਾ ਕੋਈ ਹੋਰ ਚੌਥੀ ਗੱਲ ਨਹੀਂ ਹੈਗੀ। ਪਰੇਸ਼ਾਨੀ ਛੱਡ ਦਿਓ। ਦੂਸਰੀ ਖਬਰ ਜਿਹੜੀ ਅੱਜ ਹੀ ਜਿਹੜੇ ਸਾਡੇ ਟ੍ਰੇਰੀ ਸੈਕਟਰੀ ਨੇ ਯਾਨੀ ਸਾਡੇ ਵਜ਼ੀਰ ਖਜ਼ਾਨਾ ਨੇ ਅਮਰੀਕਾ ਦੇ, ਉਹਨਾਂ ਨੇ ਅੱਜ ਸਵੇਰ ਇਤਵਾਰਲੇ ਦਿਨ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਕੀਤੀ ਹੈ। ਤੁਹਾਨੂੰ ਪਤਾ ਕਿ ਪ੍ਰੈਜ਼ੀਡੈਂਟ ਟਰੰਪ ਦਾ ਇੱਕ ਅਕਾਊਂਟ ਹੈ, ਟਰੰਪ ਅਕਾਊਂਟ, ਜਿਹਦੇ ਚ ਅਗਰ ਤੁਹਾਡੇ ਬੱਚੇ ਟਰੰਪ ਦੇ ਦੌਰ ਚ ਪੈਦਾ ਹੋਣਗੇ ਤੇ ਉਹਨਾਂ ਨੂੰ $1000 ਦੇ ਅਕਾਊਂਟ ਚ ਜਮ੍ਹਾਂ ਹੋਏਗਾ। ਪੂਰੀ ਡਿਟੇਲ ਮੈਂ ਤੁਹਾਨੂੰ ਕਈ ਦਫਾ ਦੱਸ ਚੁੱਕਿਆ। ਅੱਜ ਜਿਹੜੀ ਨਵੀਂ ਗੱਲ ਉਹਨਾਂ ਨੇ ਕਹੀ ਹੈ, ਉਹਨਾਂ ਨੇ ਕਿਹਾ ਕਿ ਨਹੀਂ ਉਹ ਤਾਂ ਜਮ੍ਹਾਂ ਕਰਾਣਗੇ, ਲੇਕਿਨ ਜਿਨ੍ਹਾਂ ਦੇ ਵੀ ਬੱਚੇ 18 ਸਾਲ ਤੋਂ ਥੱਲੇ ਨੇ ਔਰ ਜਦੋਂ ਮਰਜ਼ੀ ਉਹ ਪੈਦਾ ਹੋਏ ਨੇ, ਭਾਵੇਂ ਉਹ ਬਾਈਡਨ ਦੇ ਦੌਰ 'ਚ ਪੈਦਾ ਹੋਏ ਨੇ, ਭਾਵੇਂ ਓਬਾਮਾ ਦੇ ਦੌਰ 'ਚ ਪੈਦਾ ਹੋਏ ਨੇ, ਲੇਕਿਨ ਉਹਨਾਂ ਦੀ ਉਮਰ 18 ਸਾਲ ਤੋਂ ਥੱਲੇ ਵੇ, ਉਹ ਵੀ ਇਹ ਅਕਾਊਂਟ ਅਪਲਾਈ ਕਰੋ। ਐਪ ਡਾਊਨਲੋਡ ਕਰੋ, ਅਕਾਊਂਟ ਖੋਲੋ, ਅਕਾਊਂਟ ਅਪਲਾਈ ਕਰੋ। ਅਕਾਊਂਟ ਅਪਲਾਈ ਕਰਨਾ ਹੈ, ਕੋਈ ਕਿਸੇ ਬੈਂਕ 'ਚ ਜਾ ਕੇ ਨਹੀਂ ਕਰਨਾ ਹੈ। ਮੈਂ ਤੁਹਾਨੂੰ ਵੈਬਸਾਈਟ ਦੱਸੀ ਹੈ, ਉੱਥੇ ਜਾਣਾ ਔਰ IRS ਦੀ ਵੈਬਸਾਈਟ ਹੈ, IRS ਤੇ ਜਾ ਕੇ ਤੁਸੀਂ ਇਹ ਫਾਰਮ ਫਿਲ ਕਰਨਾ ਔਰ ਅਕਾਊਂਟ ਅਪਲਾਈ ਕਰਨਾ। ਉੱਥੇ ਹੀ ਫਾਰਮ ਪਿਆ ਹੈ, ਉਹ ਅਪਲਾਈ ਕਰ ਦੋ। ਉਹਦੀ ਹੁਣ ਵਜ੍ਹਾ ਕੀ ਹੈ? ਉਹਨਾਂ ਨੇ ਇਹਦਾ ਜਵਾਬ ਇਹ ਦਿੱਤਾ ਹੈ ਕਿ ਬਹੁਤ ਸਾਰੇ ਅਮੀਰ ਲੋਕ, ਬਿਜ਼ਨਸਮੈਨ ਔਰ ਬਹੁਤ ਸਾਰੇ ਅਦਾਰੇ, ਕੰਪਨੀਆਂ ਕੈਸ਼ ਦੇ ਰਹੇ ਨੇ, ਇਸ ਅਕਾਊਂਟ ਦੇ ਵਿੱਚ ਪੈਸੇ ਦੇ ਰਹੇ ਨੇ ਕਿ ਬਾਕੀ ਬੱਚਿਆਂ ਨੂੰ ਵੀ ਪੈਸੇ ਦਿੱਤੇ ਜਾਣ। ਹੁਣ ਉਹਦੇ 'ਚ ਤੁਹਾਨੂੰ ਯਾਦ ਹੋਏਗਾ 4-5 ਮਹੀਨੇ ਪਹਿਲੇ ਇੱਕ ਬਹੁਤ ਵੱਡੀ ਫੰਕਸ਼ਨ ਹੋਇਆ ਸੀ, ਮੈਂ ਤੁਹਾਨੂੰ ਉਹਦਾ ਪੂਰੀ ਡਿਟੇਲ ਦੱਸੀ ਸੀ। ਡੈਲ ਦੇ ਮਾਲਿਕ, ਡੈਲ ਕੰਪਿਊਟਰ ਦੇ ਜਿਹੜੇ ਮਾਲਕ ਦੋਵੇਂ ਮੀਆਂ ਬੀਵੀ ਸਨ, ਉਹਨਾਂ ਨੇ ਆ ਕੇ ਬਹੁਤ ਲੰਬੀ ਇੱਕ ਵੱਡੀ ਰਕਮ ਬਿਲੀਅਨ 'ਚ ਦਿੱਤੀ ਸੀ ਕਿ ਜਿਹੜੇ ਬੱਚੇ ਟਰੰਪ ਦੌਰ 'ਚ ਨਹੀਂ ਪੈਦਾ ਹੋਏ ਉਹਨਾਂ ਨੂੰ ਵੀ ਇਹ ਪੈਸੇ ਦਿੱਤੇ ਜਾਣ। ਇਸ ਤਰ੍ਹਾਂ ਹੋਰ ਵੀ ਬੜੇ ਅਦਾਰੇ, ਅੱਜ ਉਹਨਾਂ ਨੇ ਕਾਮਕੈਸਟ ਦਾ ਨਾਮ ਹੀ ਲਿਆ ਕਿ ਕਾਮਕੈਸਟ ਵਾਲੇ ਵੀ ਪੈਸੇ ਦੇ ਰਹੇ ਨੇ ਕਿ ਬਈ ਬਾਕੀ ਬੱਚਿਆਂ ਨੂੰ ਵੀ ਇਹ ਪੈਸੇ ਦੇ ਕੇ ਅਕਾਊਂਟ ਖੋਲਿਆ ਜਾਏ। ਤੇ ਇੱਕ ਬੜੀ ਜ਼ਬਰਦਸਤ, ਬੜੀ ਅੱਛੀ ਗੱਲ ਹੈ। ਇਸ ਵਾਸਤੇ ਮੌਕਾ ਜ਼ਾਇਆ ਨਾ ਕਰੋ, ਫੌਰੀ ਤੌਰ ਤੇ ਕਰੋ। ਇਸ ਤੋਂ ਇਲਾਵਾ ਬਹੁਤ ਲੰਬੀ ਲਿਸਟ ਹੈ ਕੰਪਨੀਆਂ ਦੀ, ਵੱਡੀਆਂ ਕੰਪਨੀਆਂ ਦੀ, ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਕਿਹਾ ਕਿ ਅਸੀਂ ਤੁਹਾਡੇ ਅਕਾਊਂਟ ਦੇ ਥਰੂ
ਆਪਣੇ EMPLOYE ਦੇ ਬੱਚਿਆਂ ਨੂੰ ਵੀ ਪੈਸੇ ਦੇਾਂਗੇ। ਆਪਣੇ EMPLOYE ਜਿਹੜੇ ਸਾਡੇ ਨੇ ਉਹਨਾਂ ਦੇ ਬੱਚਿਆਂ ਨੂੰ ਵੀ ਪੈਸੇ, ਬੜੀ ਲੰਬੀ ਲਿਸਟ ਹੈਗੀ ਹੈ। ਤੁਸੀਂ ਅਕਾਊਂਟ ਨੂੰ ਅਪਲਾਈ ਕਰੋ। ਜੇ ਤੁਹਾਡੇ ਬੱਚੇ 18 ਸਾਲ ਤੋਂ ਥੱਲੇ ਨੇ, ਲਾਜ਼ਮੀ ਕਰੋ। ਕਿਸੇ ਨਾ ਕਿਸੇ ਟਾਈਮ ਤੇ ਤੁਹਾਨੂੰ ਪੈਸੇ ਮਿਲ ਜਾਣਗੇ। ਜਿਹੜੇ ਤੇ ਟਰੰਪ ਦੇ ਦੌਰ 'ਚ ਪੈਦਾ ਹੋਏ ਨੇ ਉਹ ਤੇ ਮਿਲਣੇ ਹੀ ਮਿਲਣੇ ਨਾ, ਬਾਕੀਆਂ ਦੇ ਵੀ ਬਹੁਤ ਜ਼ਿਆਦਾ ਚਾਂਸ ਨੇ। ਟ੍ਰੇਰੀ ਸੈਕਟਰੀ ਨੇ ਆ ਕੇ ਟੀਵੀ ਤੇ ਕਹਿਤਾ, ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਤੇ ਇਹ ਅਕਾਊਂਟ ਤੁਸੀਂ ਵੀ ਅਪਲਾਈ ਕਰੋ, ਮੈਂ ਵੀ ਅੱਜ ਕਰਨਾ। ਹੁਣ ਜੀ ਤੀਸਰੀ ਖਬਰ, ਜਿਹਦੇ ਮੁਤਲਕ ਪਿਛਲੇ 10 8 9 ਦਿਨਾਂ ਤੋਂ ਅਸੀਂ ਕੋਈ ਗੱਲ ਕਰ ਰਹੇ ਹਾਂ, ਐਡਜਸਟਮੈਂਟ ਆਫ ਸਟੇਟਸ ਦੀ। ਉਹਦੇ 'ਚ ਬਹੁਤ ਸਾਰੇ ਲੋਕ ਮੈਨੂੰ ਮੈਸੇਜ ਭੇਜ ਰਹੇ ਨੇ, ਕੁਝ ਵੀਡੀਓ ਭੇਜ ਰਹੇ ਨੇ, ਕੁਝ ਹੋਰ ਚੀਜ਼ਾਂ। ਜੀ ਉਹ ਮੈਮੋ ਵਾਪਸ ਹੋ ਗਿਆ ਜੀ, ਮੈਮੋ ਰਿਵਰਸ ਹੋ ਗਿਆ ਜੀ, ਫਲਾਣਾ ਹੋ ਗਿਆ ਜੀ, ਨਵੀਂ ਨਵੀਂ ਗੱਲ ਆ ਰਹੀ। ਜਿਹੜੀ ਗੱਲ ਮੈਂ ਕੱਲ ਤੱਕ ਤੁਹਾਨੂੰ ਕਹੀ ਸੀ, ਗੱਲ ਉੱਥੇ ਦੀ ਉੱਥੇ ਹੀ ਖਲੋਤੀ ਏ। ਜਿਨ੍ਹਾਂ ਦੀ ਅਮਰੀਕਾ ਨੂੰ ਜ਼ਰੂਰਤ ਹੈ ਉਹਨਾਂ ਨੂੰ ਇੱਥੇ ਐਡਜਸਟਮੈਂਟ ਆਫ ਸਟੇਟਸ ਹੋਏਗੀ। ਜਿਹੜੇ ਲੋਕ ਕਾਬਲ ਨੇ, ਕਾਬਲ ਤੋਂ ਮੁਰਾਦ ਹੈ ਕਿ ਸਕਿਲਡ ਨੇ, ਉਹਨਾਂ ਨੂੰ ਮਿਲੇਗੀ। ਇਸ ਤੋਂ ਇਲਾਵਾ ਕੇਸ ਬਾਈ ਕੇਸ ਦੇਖਿਆ ਜਾਏਗਾ। ਇਹ ਪਹਿਲੇ ਦਾ ਪੁਰਾਣਾ ਕਾਨੂੰਨ ਹੈ, ਇਹਨੂੰ ਸਿਰਫ ਸਟ੍ਰਿਕਟ ਕੀਤਾ ਗਿਆ। ਇਹਦੇ ਤੇ ਸਿਰਫ ਸਖਤੀ ਨਾਲ ਅਮਲ ਦਰਾਮਦ ਕਰਾਇਆ ਜਾਣਾ, ਹੋਰ ਇਹਦੇ 'ਚ ਕੁਝ ਨਹੀਂ ਹੈਗਾ। ਹਾਂ, ਕੇਸ ਬਾਈ ਕੇਸ ਦੇਖਿਆ ਜਾਏਗਾ। ਜਦੋਂ ਦੇਖਣਗੇ ਕਿ ਨਹੀਂ ਬਈ ਇਹ ਬੰਦੇ ਨੂੰ ਵਾਪਸ ਜਾਣਾ ਚਾਹੀਦਾ, ਉਹਨੂੰ ਵਾਪਸ ਭੇਜਣਗੇ। ਅਜੇ ਤੱਕ ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲਿਆ। ਮੈਂ ਆਪਣਾ ਤਜਜ਼ੀਆ ਦਿੱਤਾ ਸੀ ਤੁਹਾਨੂੰ ਕਿ ਮਾਂ-ਬਾਪ ਵਾਲੇ, ਪੈਰੈਂਟਸ ਵਾਲੇ ਔਰ ਬੀਵੀ ਵਾਲੇ, ਉਹਨਾਂ ਦਾ ਜ਼ਰਾ ਆਸਾਨੀ ਹੋ ਜਾਏਗੀ। ਬਾਕੀ ਜਿਹੜੇ H1B ਵਾਲੇ ਨੇ, NAW ਵਾਲੇ, ਉਹਨਾਂ ਦੀ ਤੇ ਬਹੁਤ ਹੀ ਆਸਾਨੀ ਹੋਏਗੀ। ਚਾਂਸਿਸ ਨੇ ਅਜੇ ਤੱਕ ਪੂਰੇ ਅਮਰੀਕਾ 'ਚ ਪਿਛਲੇ ਹਫਤੇ 4 ਦਿਨ ਸਨ, ਪਿਛਲੇ ਹਫਤੇ ਦੇ ਵਰਕਿੰਗ ਡੇਜ਼, ਇੱਕ ਕੇਸ ਵੀ ਨਹੀਂ ਆਇਆ ਜਿਹਦੇ ਮੁਤਲਕ ਰਿਪੋਰਟ ਹੋਇਆ ਹੋਵੇ ਜਾਂ ਕਿਸੇ ਨੇ ਦੱਸਿਆ ਹੋਵੇ ਜਾਂ ਕਿਸੇ ਵਕੀਲ ਨੇ ਦੱਸਿਆ ਹੋਵੇ ਕਿ ਬਈ ਮੇਰੇ ਕਲਾਇੰਟ ਨੂੰ ਉਹਨਾਂ ਨੇ ਵਾਪਸ ਭੇਜਤਾ। ਜਦੋਂ ਇਹ ਰਿਪੋਰਟ ਹੋਏਗਾ, ਸਾਨੂੰ ਪਤਾ ਲੱਗੇਗਾ ਕਿ ਹਾਂ ਵੀ ਫਲਾਣੇ ਬੰਦੇ ਦਾ ਐਡਜਸਟਮੈਂਟ ਆਫ ਸਟੇਟਸ ਨਹੀਂ ਕੀਤਾ, ਉਹਨਾਂ ਨੂੰ ਵਾਪਸ ਭੇਜਤਾ ਹੈ, ਤੇ ਫਿਰ ਸਾਨੂੰ ਤਸੱਲੀ ਹੋ ਜਾਏਗੀ ਕਿ ਹਾਂ ਬਈ ਹੁਣ ਇਹ ਕੰਮ ਸ਼ੁਰੂ ਹੋ ਗਿਆ ਫਲਾਣੀ ਕੈਟੇਗਰੀ ਦਾ। ਸੌਰੀ, ਬਾਰ-ਬਾਰ ਵੀਡੀਓ ਬੰਦ ਕਰਨਾ ਪੈਂਦਾ, ਗਲਾ ਖਰਾਬ। ਤੇ ਉਹ ਫਿਰ ਸਾਨੂੰ ਪਤਾ ਲੱਗੇਗਾ ਕਿਸ ਕੈਟੇਗਰੀ ਨੂੰ ਭੇਜਿਆ। ਅਜੇ ਤੱਕ ਸਾਡੇ ਕੋਲ ਕੋਈ ਸਬੂਤ ਨਹੀਂਗਾ, ਕੁਝ ਨਹੀਂਗਾ। ਜਿੰਨੀ ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਹੈ ਉਹ ਮੈਂ ਤੁਹਾਨੂੰ ਕੱਲ ਤੱਕ ਸਾਰੀ ਦੱਸ ਚੁੱਕਿਆ ਵਾ। ਟੈਨਸ਼ਨ ਨਾ ਲਵੋ। ਤੁਹਾਡਾ ਭਰਾ ਤੁਹਾਨੂੰ ਇਸ ਚੈਨਲ ਤੋਂ ਨਾ ਝੂਠ ਦੱਸੇਗਾ, ਨਾ ਸੁਹਾਣੇ ਖੁਆਬ ਦਿਖਾਏਗਾ। ਕਿਉਂਕਿ ਦੋਸਤੋ ਮੇਰੀ ਗੱਲ ਸੁਣੋ, ਮਰਨਾ ਵੀ ਹੈ ਨਾ, ਮਰਨ ਤੋਂ ਬਾਅਦ ਵੀ ਜ਼ਿੰਦਗੀ ਹੈ। ਇਹ ਜ਼ਿੰਦਗੀ ਵੀ ਖਰਾਬ ਹੋਏਗੀ ਕਿਉਂਕਿ ਇਹਦੇ ਨਾਲ ਪੈਸੇ ਆਉਂਦੇ ਨਾ। ਝੂਠ ਬੋਲਾਂਗਾ, ਹਰਾਮ ਕਮਾਵਾਂਗਾ, ਜਾਂ ਤੁਹਾਨੂੰ ਝੂਠੇ ਖਾਬ ਦਿਖਾਵਾਂਗਾ, ਹਰਾਮ ਕਮਾਵਾਂਗਾ। ਹਰਾਮ ਨਾਲ ਇਹ ਵੀ ਜ਼ਿੰਦਗੀ ਖਰਾਬ ਹੋਣੀ ਤੇ ਅਗਲੀ ਜ਼ਿੰਦਗੀ ਵੀ ਖਰਾਬ ਹੋਣੀ। ਇਸ ਵਾਸਤੇ ਇੱਥੋਂ ਤੁਹਾਨੂੰ ਇਹੋ ਜਿਹੀ ਕੋਈ ਗੱਲ ਨਹੀਂ ਮਿਲੇਗੀ। ਤੇ ਤੁਸੀਂ ਮੇਰੇ ਤੇ ਯਕੀਨ ਰੱਖੋ, ਜਦੋਂ ਹੀ ਕੋਈ ਖਬਰ ਆਏਗੀ, ਜਦੋਂ ਵੀ ਕੋਈ ਗੱਲ ਹੋਏਗੀ, ਅੱਛੀ ਹੋਵੇ ਜਾਂ ਬੁਰੀ, ਤੁਹਾਡਾ ਭਰਾ ਉਸ ਨਾਲ ਹੀ ਉਹਨੂੰ ਦੱਸੇਗਾ। ਥੈਂਕ ਯੂ ਸੋ ਮਚ।